अस्सलाम वालेकुम। उम्मीद करूँगी मेरी यूट्यूब फैमिली बिल्कुल ठीक ठाक होंगी। आज मैं आपके लिए रेसिपी लेकर आई हूँ शाही टुकड़े की। शाही टुकड़ा किस तरह ईजाद हुआ इसकी थोड़ी मैं आपको डिटेल बताऊँ। शाही टुकड़ा जड़ा सी ना वो हिंदुस्तानी एक मिठा है। ਇਹਦੀ ਤਾਰੀਖ ਬਹੁਤ ਪੁਰਾਣੀ ਔਰ ਬਹੁਤ ਦਿਲਚਸਪ ਹੈ। ਇਸ ਮਿੱਠੇ ਇਹ ਜਿਹੜਾ ਮਿੱਠਾ ਹੈ ਨਾ ਇਹਦਾ ਤਾਲੁਕ ਜਿਹੜਾ ਆ ਮੁਗਲਿਆ ਤੌਰ ਤੋਂ ਜੁੜਿਆ ਹੋਇਆ ਹੈ। ਮੁਗਲਿਆ ਸੁਲਤਨਤ ਦੇ ਜਿਹੜੇ ਬਾਦਸ਼ਾਹ ਸੀਗੇ ਨਾ ਉਹ ਦਰਬਾਰੇ ਖਾਸ ਦੇ ਮੌਕੇ ਕੋਈ ਤਕਰੀਬ ਵਗੈਰਾ ਹੁੰਦੀ ਸੀ, ਕੋਈ ਸ਼ਾਦੀ ਵਿਆਹ ਹੁੰਦਾ ਸੀ ਤਾਂ ਸ਼ਾਹੀ ਟੁਕੜੇ ਨੂੰ ਜਿਹੜਾ ਦਰਜਾ ਦਿੱਤਾ ਜਾਂਦਾ ਸਭ ਤੋਂ अव्वल ਹੁੰਦਾ ਸੀ। शाही टुकड़े की तख्लीक का पस मंजर दरअसल इस वक्त शाही जायकों और सखावत से बहुत जुड़ा हुआ है। मुगल बादशाहों का जायका बहुत शानदार था, इसलिए उनको ये नित नए पकवान जो पसंद आते थे। इसी दौरान शाही दरबार में खुसूसी तौर पर मेहमानों के लिए की तवाज़ा के लिए इस मिठे को बनाया जाता था। शाही टुकड़ा बुनियादी तौर पर सफ़ेद रोटी या बघारे हुए टुकड़े से बनाया जाता था जो कि घी में तलकर चीनी या शीरे में डुबोए जाते थे। फिर इस पर दूध या क्रीमी परत डाली जाती थी। इसमें खुशबू देने के लिए ज़ाफ़रान इलायची का इस्तेमाल किया जाता था और आखिर ਦੇ ਵਿੱਚ ਮਿੱਠੇ ਦੇ ਵਿੱਚ ਖੁਸ਼ਕ ਮੇਵੇ ਪਾਏ ਜਾਂਦੇ ਸੀ, ਸਜਾਇਆ ਜਾਂਦਾ। ਇਹ ਟੁਕੜੇ ਦੀ ਖਾਸ ਗੱਲ ਇਹ ਵੀ ਹੈ ਕਿ ਇਹਦੀ ਤਿਆਰੀ 'ਚ ਸ਼ਾਹੀ ਜ਼ਾਇਕਾ ਦਾ ਅਸਰ ਵਾਜ਼ਿਆ ਤੌਰ ਤੇ ਨਜ਼ਰ ਆਉਂਦਾ था। ਚਾਂਦੀ ਦੇ ਵਰਕ, ਕਿਸੇ ਤੇ ਸੋਨੇ ਦੇ ਵਰਕ ਔਰ ਇਹਦੇ ਰੰਗ ਬਰੰਗੇ ਜ਼ਾਇਕੇ ਲੋਕ ਬਹੁਤ ਇਹਨੂੰ ਪਸੰਦ ਕਰਦੇ ਸੀ और खास तौर पर विरासत के तौर पर नस्ल दर नस्ल ये चलता ही आया है। अज के दौर च ये मिठाई न सिर्फ हिंदुस्तान बल्कि पाकिस्तान और बांग्लादेश में भी इंतहाई मकबूल है और तकरीबात जैसे शादियों, ईद या दीगर खुशी के मौके पर इसको बनाया जाता है। तो आइए हम भी बनाते हैं शाही टुकड़ा। शाही टुकड़े को कैसे बनाया जाता है बहुत आसान तरीके से मैं आज आपको बताऊंगी कि इसको हम कैसे बनाएंगे। डबल रोटियां का बड़ा सारा पैकेट लै लिया सीगा क्योंकि फैमिली के हिसाब नाल तुसीं लै लो। छोटी फैमिली है तो छोटा पैकेट लै लो, वड्डी फैमिली है तो वड्डा लै लो। शौक ना खांदे तो उस तो भी वड्डा लै लो। अगर थोड़ा चखना ही है तो फिर छोटे ਜਿਹੇ ਕਿਸੇ ਨਾਲ ਬਣਾ ਲਓ। ਆ ਦੇਖੋ ਮੈਂ ਮੀਡੀਅਮ ਜਿਹਾ ਲਿਆ ਸੀਗਾ, ਉਹਨੂੰ ਸਾਰਿਆਂ ਨੂੰ ਕੱਢਿਆ, ਕੱਢ ਕੇ ਤੇ ਇਹਦੇ ਕਿਨਾਰੇ ਜਿਹੜੇ ਐਜਿਸ ਆ ਉਹ ਵੀ ਭਲੇ ਰਿਮੂਵ ਨਾ ਕਰੋ, ਕੋਈ ਉਹਨਾਂ ਦਾ ਕੁਝ ਨਹੀਂ ਹੁੰਦਾ, ਉਹ ਗਹਿਰੇ ਗਹਿਰੇ ਅੱਛੇ ਲੱਗਦੇ ਆ। ਸਾਰੇ ਇਦਾਂ ਹੀ ਤਿਕੋਨੇ ਜੇ ਕੱਟ ਲਏ। ਕੱਟ ਕੇ ਮੈਂ ਨਾ ਕਟਿੰਗ ਬੋਰਡ ਤੇ ਮੈਂ ਤੁਹਾਨੂੰ ਰੱਖ ਕੇ ਦਿਖਾਣ ਡਈ। ਇਹਨੂੰ ਫਰਾਈ ਕਰਨੇ ਦਾ ਇੱਕ ਤਰੀਕਾ, ਫਰਾਈ ਇਹਨੂੰ ਠੰਡੇ ਆਇਲ 'ਚ ਨਾ ਕਦੀ ਕਰਿਓ। ਠੰਡੇ ਆਇਲ ਦੇ ਵਿੱਚ ਆ ਜਿੰਨਾ ਆਇਲ ਆ ਨਾ ਇਹਨੇ ਚੰਨ ਟੁਕੜਿਆਂ ਨੇ ਪੀ ਕੇ ਬਾਹਰ ਆ ਜਾਣਾ ਔਰ ਫਿਰ ਇਹਨਾਂ 'ਚੋਂ ਟੁਕੜਿਆਂ 'ਚੋਂ ਨਿਕਲਦਾ ਵੀ ਨਹੀਂ ਆਇਲ। ਆ ਮੇਰੀ ਟ੍ਰਿਕ ਯਾਦ ਰੱਖਿਓ। ਜਦੋਂ ਵੀ ਇਹਨਾਂ ਨੂੰ ਫਰਾਈ ਕਰਨਾ ਤੇਜ਼ ਅੱਗ ਤੇ ਕਰਨਾ ਆ ਔਰ ਤੇਜ਼ ਅੱਗ ਤੇ ਫੌਰਨ ਇਹਨਾਂ ਨੂੰ ਪਲਟੀ ਜਾਣਾ ਆ ਔਰ ਸਾੜ ਕੇ ਇਹਨੂੰ ਕੋਲਾ ਨਾ ਕਰ ਲਈਓ। ਇਹਨਾਂ ਦਾ ਕਲਰ ਇੰਨਾ ਪਿਆਰਾ ਜਿਹਾ ਜਦੋਂ ਆ ਜਾਂਦਾ ਫੌਰਨ ਇਹਨਾਂ ਨੂੰ ਜਲਦੀ ਜਲਦੀ ਹੱਥ ਚਲਾ ਕੇ ਇਹਨਾਂ ਨੂੰ ਫਰਾਈ ਕਰ ਲੈਣਾ ਆ। ਫਰਾਈ ਕਰਕੇ ਇਹਨਾਂ ਨੂੰ ਗੋਲਡਨ ਜੇ ਜਦੋਂ ਹੋ ਜੂਗੇ ਇਹਨਾਂ ਨੂੰ ਕੱਢ ਲਈਓ। ਕੱਢ ਕੇ ਆ ਦੇਖੋ ਹੁਣ ਮੈਂ ਥੋੜਾ ਜਿਹਾ ਹੁਣ ਮੈਂ ਤੁਹਾਨੂੰ ਦੱਸਾਂ ਕਿ ਇਹਨਾਂ ਨੂੰ ਜਦੋਂ ਕੱਢਣਾ ਉਦੋਂ ਵੀ ਚੰਗੀ ਤਰ੍ਹਾਂ ਨਿਚੋੜ ਲੈਣਾ ਆ ਔਰ ਇਹਨੂੰ ਘੇ ਦੇ ਵਿੱਚ ਫਰਾਈ ਕਰੋ। ਦੇਸੀ ਘੇ ਮਿਲ ਜਾਓ ਸਭ ਤੋਂ ਬੈਸਟ ਆ ਕਿਉਂਕਿ ਮੁਗਲਿਆ ਦੌਰ ਤੇ ਦੇਸੀ ਘੇ 'ਚ ਹੀ ਫਰਾਈ ਕੀਤੇ ਜਾਂਦੇ ਸੀ। ਔਰ ਆ ਦੇਖੋ ਇਹਨੂੰ ਕੱਢ ਲਓ ਕਿਸੇ ਸਟ੍ਰੇਨਰ ਦੇ ਵਿੱਚ। ਉਹਦੇ ਜਿਹੜਾ ਆਇਲ ਐਕਸਟਰਾ ਆਪ ਹੀ ਨਿਛੜ ਜਾਣਾ ਆ ਜਾਂ ਫਿਰ ਚਿਮਟੇ ਦੇ ਨਾਲ ਹੀ ਦਬਾ ਦਬਾ ਕੇ ਇਹਦਾ ਆਇਲ ਫੌਰਨ ਤੋਂ ਕੱਢ ਲਿਆ ਕਰੋ ਕਿਉਂਕਿ ਫਿਰ ਜ਼ਿਆਦਾ ਇਹ ਟੁਕੜੇ ਜਜ਼ਬ ਨਹੀਂ ਕਰਦੇ ਆਇਲ या घे। ऑयल ਦੇ ਵਿੱਚ ना ही बनाओ तो बेहतर है देसी घे च या घे च बनाओगे ना ज़्यादा अच्छे बनूंगे। और दोबारा तो फिर मैं सारे टुकड़े इसी तरह फ्राई कर लूँगी और फ्राई करके फिर अगे मैं ਤੁਹਾਨੂੰ ਦੱਸਦੀ ਹਾਂ ਆਸਾਨ ਟਿਪ ਦੇ ਨਾਲ ਮੈਂ ਤੁਹਾਨੂੰ ਦੱਸਿਆ ਆ। ਮੁਗਲਿਆ ਦੌਰ ਦੇ ਵਿੱਚ ਤਾਂ ਚਾਸ਼ਨੀ ਅਲੱਗ ਤੋਂ ਬਣਾਈ ਜਾਂਦੀ ਸੀ, ਉਹਦੇ ਵਿੱਚ ਬਹੁਤ ਕੁਝ ਪਾਇਆ ਜਾਂਦਾ ਸੀ, ਗੁਲਾਬ ਦੀਆਂ ਪੱਤੀਆਂ, ਗੁਲਾਬ ਦਾ ਅਰਕ, ਕੇਵੜਾ ਐਂਸਿਸ, ਕੋਈ ਕੁਝ ਇੱਦਾਂ ਕਰ ਕਰਕੇ। ਲੇਕਿਨ ਮੈਂ ਤੁਹਾਨੂੰ ਅੱਜ ਬਹੁਤ ਆਸਾਨ ਤਰੀਕੇ ਨਾਲ ਦੱਸੂਗੀ ਕਿਉਂਕਿ ਨਾ ਮੁਗਲਿਆ ਦੌਰ ਆ ਨਾ ਕੋਈ ਬਾਦਸ਼ਾਹ ਹੈਗਾ ਆ ਤਾਂ ਆਪਾਂ ਘਰ ਵਾਲਿਆਂ ਲਈ ਬਣਾਉਣਾ ਆ। ਤਾਂ ਇਸ ਤਰੀਕੇ ਲਈ ਤੁਸੀਂ ਆਸਾਨ ਤਰੀਕੇ ਨਾਲ ਬਣਾ ਲਓ। ਆ ਦੇਖੋ ਮੈਂ ਸਾਰੇ ਟੁਕੜੇ ਕੱਢ ਲਏ ਔਰ ਫਰਾਈ ਹੋ ਗਿਆ ਔਰ ਕਲਰ ਦੇਖੋ ਕਿੰਨਾ ਸੋਹਣਾ ਆਇਆ ਵਾ, ਗੋਲਡਨ ਜਿਹਾ ਕਲਰ ਕਰ ਲਿਆ ਆ। ਇਹਨਾਂ ਨੂੰ ਧਿਆਨ ਨਾਲ ਫਰਾਈ ਕਰਨਾ ਵਾ ਕਿਉਂਕਿ ਇਹ ਬਹੁਤ ਜਲਦੀ ਜਲ ਵੀ ਜਾਂਦੇ ਆ ਔਰ ਕਾਲੇ ਕਾਲੇ ਹੋ ਜਾਂਦੇ ਆ। ਕਾਲੇ ਤਾਂ ਬਿਲਕੁਲ ਵੀ ਨਹੀਂ ਕਰਨੇ ਔਰ ਸੋਹਣਾ ਜਿਹਾ ਇਹਨਾਂ ਦਾ ਕਲਰ ਕਰ ਲੈਣਾ। ਕਰਕੇ ਤਾਂ ਇਹਨੂੰ ਮੈਂ ਸਾਰੇ ਫਰਾਈ ਕਰਕੇ ਕੱਢ ਲੈਣਾ। ਬਹੁਤ ਅੱਛਾ ਇਹ ਮਿੱਠਾ ਬਣਿਆ ਸੀਗਾ। ਫਸਟ ਟਾਈਮ ਮੈਂ ਟਰਾਈ ਕੀਤਾ ਸੀਗਾ ਲੇਕਿਨ ਬਣਾਇਆ ਨਹੀਂ ਸੀਗਾ। ਬਣਾਇਆ ਮੈਂ ਹੁਣ ਬੜੇ ਆਸਾਨ ਤਰੀਕੇ ਨਾਲ ਮੈਂ ਤੁਹਾਨੂੰ ਬਣਾ ਕੇ ਦੱਸਣ ਡਈ ਹਾਂ ਔਰ ਬਹੁਤ ਲਜ਼ੀਜ਼ ਬਣੇ ਸੀਗੇ। ਔਰ ਇਹਦੀ ਰਬੜੀ ਹੁਣ ਆਪਾਂ ਤਿਆਰ ਕਰ ਲਾਂਗੇ। ਆਮ ਜਿਹੜਾ ਦੁੱਧ ਆ ਤੁਸੀਂ ਮਹੀਂ ਦਾ ਪੀਂਦੇ ਆ ਜਾਂ ਗਾਏ ਦਾ ਪੀਂਦੇ ਆ ਬਸ ਉਹ ਲੈ ਲਓ। ਅਗਰ ਨਹੀਂ ਹੈ ਤਾਂ ਕੋਈ ਡੱਬਾ ਲੈ ਲਓ, ਔਲਪਰ ਦਾ ਲੈ ਲਓ, ਕੋਈ ਵੀ ਲੈ ਲਓ ਜਿਹੜਾ ਵੀ ਤੁਹਾਨੂੰ ਅਵੇਲੇਬਲ ਹੋਵੇ ਤੁਹਾਨੂੰ ਤਾਂ ਉਹ ਲੈ ਲਓ। ਮੈਂ 1.5 ਕਿਲੋ ਲਿਆ ਸੀਗਾ, ਲੈ ਕੇ ਤਾਂ ਮੈਂ ਉਹਨੂੰ ਪਕਣਾ ਰੱਖ ਦਿੱਤਾ। ਹੁਣ ਟੁਕੜਿਆਂ ਨੂੰ ਆਪਾਂ ਸੋਹਣੇ ਜਿਹੇ ਤਰੀਕੇ ਨਾਲ ਨਾ ਆਪਾਂ ਕਿਸੇ ਡਿਸ਼ ਵਿੱਚ, ਸ਼ੀਸ਼ੇ ਦੀ ਡਿਸ਼ ਵਿੱਚ ਲਾ ਦਾਂਗੇ। ਲਾ ਕੇ ਤੁਹਾਡੇ ਕੋਲ ਕੋਈ ਵੀ ਡਿਸ਼ ਹੋਵੇ, ਕੋਈ ਵੀ ਥੋੜੀ ਜਿਹੀ ਇੱਦਾਂ ਨਾ ਗਹਿਰੀ ਹੋਵੇ, ਡੂੰਗੀ ਜੀ ਹੋਵੇ, ਉਹਦੇ ਵਿੱਚ ਲਗਾ ਦਿਓ ਤਾਂ ਕਿ ਇਹਦੇ ਵਿੱਚ ਜਦੋਂ ਰਬੜੀ ਪਾਵਾਂਗੇ ਨਾ ਤਾਂ ਉਹ ਫਿਰ ਅੱਛੇ ਤਰੀਕੇ ਨਾਲ ਟੁਕੜਿਆਂ ਤੇ ਜਜ਼ਬ ਹੋ ਜਾਵੇ। ਮੈਂ ਤਾਂ ਅੱਜ ਫਿਰ ਸਫਾਈ ਹੱਦ ਕਰ ਦਿੱਤੀ, ਬਹੁਤੇ ਸਾਰੇ ਫਰਾਈ ਕਰ ਲਏ ਸੀਗੇ ਤਾਂ ਮੈਂ ਕਿਹਾ ਚਲੋ ਹੁਣ ਡੂੰਗਾ ਵੀ ਕਾਫੀ ਬੜਾ ਸੀਗਾ ਤਾਂ ਉਹ ਵੀ ਛੋਟਾ ਪੈ ਗਿਆ ਪਰ ਮੈਂ ਵੀ ਫਿਰ ਤੁੰਨ ਕੇ ਵਿੱਚ ਰੱਖ ਦਿੱਤੇ। ਰੱਖ ਕੇ ਤਾਂ ਹੁਣ ਆਪਾਂ ਇਹਦੀ ਰਬੜੀ ਤਿਆਰ ਕਰਾਂਗੇ। ਔਰ ਦੇਖੋ ਸ਼ਕਲ ਕਿੰਨੀ ਸੋਹਣੀ ਆਈ ਆ, ਦਿਲ ਕਰਦਾ ਇੱਦਾਂ ਹੀ ਚੱਬ ਲਓ। ਲੇਕਿਨ ਇਹਨੂੰ ਜਦੋਂ ਆਪਾਂ ਉਹਦੇ ਉੱਤੇ ਰਬੜੀ ਪਾ ਕੇ ਖਾਵਾਂਗੇ ਨਾ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਦੀ ਰਬੜੀ ਕਿੱਦਾਂ ਬਣਾਉਣੀ ਆ ਔਰ ਇੰਨੇ ਅੱਛੇ ਤਰੀਕੇ ਨਾਲ ਕਿੱਦਾਂ ਇਹ ਬਣਾਂਗੇ। ਆ ਦੇਖੋ ਕਾਫੀ ਦੇਰ ਹੋ ਗਈ ਸੀ, ਪੱਕ ਕੇ ਕਾਫੀ ਥੋੜਾ ਰਹਿ ਗਿਆ ਸੀ। ਚੁੱਲ੍ਹਾ ਮੈਂ ਬੰਦ ਕਰ ਦਿੱਤਾ। ਹੁਣ ਫਿਰ ਮੈਂ
ਚਲਾ ਲਿਆ ਚੁੱਲ੍ਹੇ ਨੂੰ ਔਰ ਇਹਦੇ ਵਿੱਚ ਆਪਾਂ ਖੁਸ਼ਕ ਦੁੱਧ ਪਾ ਲਾਂਗੇ। ਖੁਸ਼ਕ ਦੁੱਧ ਦਾ ਟੇਸਟ ਬੜਾ ਜ਼ਬਰਦਸਤ ਹੁੰਦਾ ਆ ਔਰ ਮਜ਼ੇਦਾਰ ਵੀ ਬਣਦਾ ਔਰ ਗਾੜਾ ਵੀ ਦੁੱਧ ਬਣਦਾ ਵਾ। ਹੁਣ ਤੁਹਾਨੂੰ ਪਤਾ ਸਾਡੀਆਂ ਮਈਆਂ ਕੁਝ ਪਾਣੀ ਜ਼ਿਆਦਾ ਪੀ ਲੈਂਦੀਆਂ ਤਾਂ ਇਸ ਲਈ ਨਾ ਉਹ ਦੁੱਧ ਪਤਲਾ ਹੁੰਦਾ ਆ। ਸਾਡੀਆਂ ਤਾਂ ਨਹੀਂ, ਜਿੰਨਾ ਕੁ ਅਸੀਂ ਦੁੱਧ ਲੈਂਦੇ ਆ ਉਹਨਾਂ ਦੀਆਂ ਮਈਆਂ, ਫਿਰ ਉਹ ਪਤਲਾ ਦੁੱਧ ਇਹਦੇ ਵਿੱਚ ਕੰਮ नहीं आता। तो इसलिए मुझे इसमें ना डालना पड़ा खुश्क दूध मैंने डाल के तो अच्छी तरह मैंने पका लिया है। पका के अब इसके साथ इसमें और क्या क्या चीज़ें जाएंगी, साथ ही रहिएगा। अगर आप नए हैं तो सब्सक्राइब किए बिना मत जाइएगा। अब मीठे के लिए मैंने इसमें थोड़ा सा डाल दिया है कंडेंस मिल्क। कंडेंस मिल्क का टेस्ट बड़ा ज़बरदस्त होता है। तो तुहाडे को अगर ये नहीं हैगा कुछ परेशान होने की ज़रूरत नहीं हो, घर च आम चीनी होंदी है, चीनी पा लो। चीनी इस तरीके नाल पाउणी है कि ये थोड़ी जी तेज़ रखनी है क्योंकि शाही टुकड़े जो आप फ्राई करके रखे है ना वो फिक्के होंगे आ, तो वो भी जज्ब होनी है। तो अपना रबड़ी भी चाहिए, इसलिए थोड़ी जी चीनी एक्सट्रा ना थोड़ी जी तेज़ रखा करो, वो बिल्कुल फिर बाद में सही आ जाती है। हुण ये आप 400 ग्राम मेरे को मावा खोया सीगा ਜਿਹੜਾ मैं मंगा लिया सी बाज़ारों। तुसीं चाहो तो इनू दुध नूं काढ़ के बना लो, गहरा कर लो, तो उस दुध दे विच मज़ीद दुध पा के इदां भी रबड़ी बना। रबड़ी कई तरीके नाल बननी है। 400 ग्राम मैंने मावा डाला इसमें और चीनी जो एक्स्ट्रा अभी मैंने 3-4 चम्मच मज़ीद डाल दिए, कंडेंस मिल्क डाल दिया था। अब ये हो गया हमारा रबड़ी तैयार। अब इसमें खुशबू के लिए गुलाब की पत्तियाँ, गुलाब का अरक, केवड़ा एसेंस आप डाल सकते हो, लेकिन मैं इसमें डाल दूँगी वनीला एसेंस। इसकी खुशबू बच्चे ज़्यादा पसंद करते हैं केक में, हर चीज़ में, तो ये इसका टेस्ट बड़ा ज़बरदस्त आ जाता है। 1 चाय वाला मैंने टीस्पून जो वो डाल दिया इसमें। अभी मैंने चूल्हा बंद कर दिया था और अब इसको थोड़ा सा मैं ना हवा हुआ लगा लवां, पर हवा लगाने की भी ज़रूरत नहीं सी। मैं फौरन चुक के ਉਹਦੇ ਤੇ सारा डोल दिता टुकड़ियां दे। थोड़ा थोड़ा करके डोलिया सी, एकदम तो नहीं डोलिया सी। ਇਹਦੀਆਂ ਉਹ ਬੋਦੀਆਂ ਜੀਆਂ ਉੱਪਰ ਜਿਹੜੀਆਂ ਨਾ ਉੱਤੋਂ ਪਾਉਣਾ ਸ਼ੁਰੂ ਕਰ ਦੇਣਾ ਵਾ ਕਿਉਂਕਿ ਉਹਦੇ ਉੱਤੋਂ ਜਿਹੜਾ ਜਾਵੇ नीचे तक और जज़ब हो जावे सारी डबल रोटी तक। इन्हों आहिस्ता आहिस्ता करके ये देखो ऐसे डाल दें आप, ऊपर से डालें, बिल्कुल ऊपर की किनारे से डाल के आहिस्ता आहिस्ता करके डालें। ये देखिए आप इसकी थिकनेस देख सकते हैं, मैंने बहुत ज़्यादा गाढ़ा नहीं किया। बहुत सारे लोग इसको पता क्या करते हैं, वो बहुत गाढ़ा करके ऊपर डालते हैं, फिर ये टुकड़े जो होते हैं अंदर से सख्त रहते हैं और वो अंदर जज़ब नहीं करते। इसी तरह ये रसमलाई की मैं जो रेसिपी बनाती हूँ उसमें बहुत उसका शीरा पतला रखती हूँ ताकि जो रसमलाई होती है वो अंदर से बिल्कुल जज़ब कर ले और फिर बाद में आप रबड़ी को ज़्यादा पका लें और पका के फिर उसमें डाल दें। लेकिन यही बात शाही टुकड़ों की भी है। शाही टुकड़ों में जो लोग गलती करते हैं वो कस्टर्ड सा बना के ऊपर डाल देते हैं, शाही टुकड़े अंदर सख्त रह जाते हैं और रबड़ी सी जो अंदर जज़ब नहीं करते। ये देखें रबड़ी हमने पतली रखी और अब आपकी इसकी कंडीशन देखें कि कैसे वो रबड़ी सारी पी गए हैं ये शाही टुकड़े। शाही टुकड़े बादशाह को ज़माने की भाई इसकी कदर से इसको इज़्ज़त से पकाएं और बहुत ही ज़बरदस्त ये हमारा रवायती मीठा है। मैंने आपको हिस्ट्री दी है कि ये कैसे ईजाद हुए हैं। इसको बादशाहों के ज़माने से, ये उस वक्त डब रोटी तो नहीं होती थी, वही रोटी के टुकड़े होते थे, उनको इस तरह फ्राई करके फिर उनको इस तरह रबड़ी बना के डाल दिया जाता था। और पूरी डिटेल मैं इसकी डिस्क्रिप्शन में इंशाल्लाह दूँगी, आप वहाँ जाके देख लीजिएगा कि कितनी कितनी चीज़ें मैंने इसमें डाली हैं। अब आ गई बारी, इसमें मैंने थोड़ी सी जो बर्फ़ी थी ऐसे मसल के ऊपर डाल दी। ये इतने मज़ेदार बने थे कि मैं आपको क्या बताऊँ भाई, मुझे तो बहुत पसंद आए, मैंने तो रज रज के खाए। अब जो दूसरे काफ़ी जो ऐसे हैं देखने वाले कि डबल रोटियां ते दुध पा के सानू देता आ मीठा तुसी बनाया। ये शाही जो टुकड़े हैं ये बादशाहों के दौर का मीठा है, बहुत ही ज़बरदस्त है, बनके इतना मज़ेदार तैयार हुआ था। उम्मीद करूँगी आपको ये रेसिपी ज़रूर पसंद आई होगी और इसकी हिस्ट्री भी पसंद आई होगी। तो लाइक शेयर लाजमी कीजिएगा अपने दोस्तों के साथ, अपनी बहनों के साथ, और अगर आपने नए हैं तो सब्सक्राइब नहीं किया तो सब्सक्राइब ज़रूर कीजिएगा। लाइक किए बिना मत जाइएगा। बहुत सारा अपना ख्याल रखिएगा, दुआओं में याद रखिएगा। उम्मीद करूँगी आपको मेरी ये वीडियो ज़रूर पसंद आएगी। तो बहुत सारा अपना ख्याल रखिएगा, अपना, अपने माँ बाप का, अपने बहन भाइयों का, सबका बहुत सारा ख्याल। फ़ी अमान अल्लाह। अस्सलाम वालेकुम व रहमतुल्लाहि व बरकातुहू।